ਰੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਖੇਤੀਬਾੜੀ ਕਾਨੂੰਨਾਂ ਤੇ ਰਾਇਸ਼ੁਮਾਰੀ ਕਰਾਉਣ ਦੀ ਸਲਾਹ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ 1967 ਵਿੱਚ ਗੋਆ ਅਤੇ ਇੱਕ ਹੋਰ ਥਾਂ ਦੇ ਮੁੱਦੇ ਬਾਰੇ ਵੀ ਰੈਫਰੈਂਡਮ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਕੈਨੇਡਾ, ਅਮਰੀਕਾ ਤੇ ਯੂਕੇ ਵਿੱਚ ਵੀ ਵੱਡੇ ਮਸਲਿਆਂ ਤੇ ਰੈਫਰੈਂਡਮ ਕਰਵਾਇਆ ਜਾ ਚੁੱਕਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਤਜਰਬਾ ਕੋਈ ਨਵਾਂ ਨਹੀਂ ਹੈ, ਸਗੋਂ ਇੱਕ ਸਫਲ ਤਜਰਬਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਨੇ ਇਹ ਵੀ ਕਿਹਾ ਹੈ ਕਿ ਸੰਵਿਧਾਨ ਦੀ ਧਾਰਾ 371 ਵਿੱਚ ਤਜਵੀਜ਼ ਹੈ ਕਿ ਜੇਕਰ ਕਿਸੇ ਸੂਬੇ ਨੂੰ ਕੇਂਦਰੀ ਕਾਨੂੰਨ ਨਾ ਮਨਜ਼ੂਰ ਹੋਣ ਤਾਂ ਉਸ ਸੂਬੇ ਨੂੰ ਉਸ ਕਾਨੂੰਨ ਤੋਂ ਛੋੜ ਦਿੱਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਖੇਤੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਕਰ ਰਹੇ ਨੇ, ਇੱਥੋਂ ਤੱਕ ਕਿ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਇਹਨਾਂ ਕਾਨੂੰਨਾਂ ਨੂੰ ਨਕਾਰ ਦਿੱਤਾ ਵੀ ਜਾ ਚੁੱਕਾ ਹੈ। ਉਹਨਾਂ ਨੇ ਕਿਹਾ ਹੈ ਕਿ ਹੁਣ ਕਿਸਾਨੀ ਅੰਦੋਲਨ ਅਜਿਹੇ ਮੋੜ ਤੇ ਜਾ ਪੁੱਜਾ ਹੈ ਜਿੱਥੇ ਕਿਸਾਨ ਜਥੇਬੰਦੀਆਂ ਤੇ ਸਰਕਾਰ ਦੋਵੇਂ ਹੀ ਆਪਣੀ ਗੱਲ ਤੇ ਅੜੇ ਹੋਏ ਨੇ। ਉਹਨਾਂ ਨੇ ਕਿਹਾ ਹੈ ਕਿ ਇੱਥੋਂ ਤੱਕ ਕਿ ਭਾਜਪਾ ਦੇ ਵੱਡੇ ਆਗੂ ਕਿਸਾਨਾਂ ਨੂੰ ਕਦੇ ਅੱਤਵਾਦੀ ਤੇ ਕਦੇ ਵੱਖਵਾਦੀ ਕਹਿ ਰਹੇ ਨੇ, ਜਿਸ ਨਾਲ ਕਿਸਾਨਾਂ ਤੇ ਖਾਸ ਕਰਕੇ ਪੰਜਾਬੀ ਨੌਜਵਾਨਾਂ ਵਿੱਚ ਗੁੱਸਾ ਆ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਅਜੇ ਤੱਕ ਕਿਸਾਨ ਸ਼ਾਂਤਮਈ ਅੰਦੋਲਨ ਕਰ ਰਹੇ ਨੇ, ਪਰ ਕੇਂਦਰ ਸਰਕਾਰ ਲਈ ਇਹ ਤਾੜਨਾ ਹੈ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਚੋਂ ਚੁੱਕਣ ਲਈ ਜ਼ੋਰ ਜ਼ਬਰੀ ਕੀਤੀ ਗਈ ਜਾਂ ਫਿਰ ਭਾਜਪਾ ਦੇ ਆਗੂਆਂ ਦੀ ਅੰਦੋਲਨਕਾਰੀਆਂ ਪ੍ਰਤੀ ਗਲਤ ਸ਼ਬਦਾਵਲੀ ਕਾਰਨ ਮਾਹੌਲ ਵਿਗੜਦਾ ਹੈ ਤਾਂ ਇਸ ਲਈ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ ਹੋਵੇਗੀ। ਉਹਨਾਂ ਨੇ ਹੋਰ ਕੀ ਕਿਹਾ, ਤੁਸੀਂ ਵੀ ਸੁਣੋ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਵਾਰਤਾ ਦੇ ਵਿੱਚ। ਜੋ ਇਸ ਵਕਤ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੇ ਬਹਾਦਰ ਲੋਕ ਬਹੁਤ ਵੱਡੀ ਤਾਦਾਦ ਵਿੱਚ ਪਿਛਲੇ 17-18 ਦਿਨ ਤੋਂ ਇਸ ਕੜਕਦੀ ਠੰਡ ਦੀ ਰੁੱਤ ਵਿੱਚ ਔਰ ਬੜੇ ਅਨਹਾਈਜੀਨਿਕ ਕੰਡੀਸ਼ਨਸ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਬਹੁਤ ਦ੍ਰਿੜਤਾ ਦੇ ਨਾਲ ਮੋਰਚਾ ਲਾ ਕੇ ਬੈਠੇ ਨੇ। ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਆਪਣੇ ਦੇਸ਼ ਦੀ ਸਰਕਾਰ ਉਹਨਾਂ ਦਾ ਨਿਰਾਦਰ ਕਰ ਰਹੀ ਹੈ ਔਰ ਜਮਹੂਰੀ ਕਦਰਾਂ ਕੀਮਤਾਂ ਨੂੰ ਛਿੱਕੇ ਤੇ ਟੰਗ ਰਹੀ ਹੈ। ਇਹ ਜਿਹੜੀਆਂ ਮੰਗਾਂ ਨੇ ਇਹ ਕਿਸੇ ਇੱਕ ਸੂਬੇ ਦੀ ਇੱਕ ਵਰਗ ਦੇ ਲੋਕਾਂ ਦੀ ਨਹੀਂ ਗਿਆ। ਕਿਸਾਨ ਜਿਹੜਾ ਹੈ ਉਹ ਸਾਰੇ ਦੇਸ਼ ਦਾ ਪੱਖ ਪੂਰਦਾ ਵਾ ਔਰ ਪੰਜਾਬ ਦੇ ਲੋਕ ਅਗਰ ਕੋਈ ਮੰਗ ਕਰ ਰਹੇ ਨੇ ਤੇ ਉਹ ਸਾਰੇ ਦੇਸ਼ ਦੇ ਕਿਸਾਨਾਂ ਦੇ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖ ਕੇ ਕਰ ਰਹੇ ਨੇ। ਇਬਰਾਹਿਮ ਲਿੰਕਨ ਜਿਹੜੇ ਰਾਸ਼ਟਰਪਤੀ ਹੋਏ ਨੇ ਅਮਰੀਕਾ ਦੇ, ਉਹਨਾਂ ਨੇ ਇੱਕ ਸਾਦਾ ਜਿਹਾ ਕੋਟ ਹੈ ਜਿਹੜਾ ਮੋਦੀ ਸਾਹਿਬ ਨੂੰ ਤੇ ਬੀਜੇਪੀ ਨੂੰ ਜ਼ਰੂਰ ਸਮਝਣਾ ਚਾਹੀਦਾ। ਉਹ ਕਹਿੰਦੇ ਨੇ ਕਿ ਫਾਰਮਿੰਗ ਇਜ਼ ਨਾਟ ਅ ਜੌਬ, ਫਾਰਮਿੰਗ ਇਜ਼ ਅ ਵੇ ਆਫ ਲਾਈਫ। ਇੱਕ ਜ਼ਿੰਦਗੀ ਜੀਣ ਦਾ ਤਰੀਕਾ ਸਾਰੀ ਦੁਨੀਆ ਦੇ ਵਿੱਚ ਹੈ ਜਿਹੜੇ ਲੋਕ ਖੇਤੀ ਤੇ ਜ਼ਮੀਨ ਨਾਲ ਜੁੜੇ ਹੋਏ ਨੇ। ਇਸ ਲਈ ਇਹਨਾਂ ਦਾ ਨਿਰਾਦਰ ਸਮਝ ਲਓ ਕਿ ਪਰਮਾਤਮਾ ਦਾ, ਰੱਬ ਦਾ ਨਿਰਾਦਰ ਕਰਨ ਦੇ ਬਰਾਬਰ ਹੈ। ਹੁਣ ਜਦ ਕਿ ਡੈਡਲੌਕ ਹੋ ਚੁੱਕਾ ਵਾ, ਕਿਸਾਨ ਆਪਣੀਆਂ ਵਾਜਬ ਮੰਗਾਂ, ਹੱਕੀ ਮੰਗਾਂ ਲੈ ਕੇ ਔਰ ਮੈਂ ਜਿੱਦਾਂ ਕਿਹਾ ਕਿ ਬਹੁਤ ਵੱਡੇ ਪੱਧਰ ਤੇ ਸੰਘਰਸ਼ ਪਹੁੰਚ ਚੁੱਕਾ। ਸਾਰੇ ਪੰਜਾਬ, ਸਾਰੇ ਹਰਿਆਣੇ ਚੋਂ, ਰਾਜਸਥਾਨ ਤੋਂ, ਉੱਤਰ ਪ੍ਰਦੇਸ਼ ਚੋਂ ਬਹੁਤ ਵੱਡੀ ਤਾਦਾਦ ਵਿੱਚ ਹਰ ਕਿਸਮ ਦੀ ਇਮਦਾਦ ਇਸ ਮੋਰਚੇ ਨੂੰ ਮਿਲ ਰਹੀ ਹੈ ਦਿੱਲੀ 'ਚ। ਇਸ ਮੁਕਾਮ ਤੇ ਦੂਸਰੇ ਪਾਸੇ ਬੀਜੇਪੀ ਵੀ ਆਪਣੀ ਜਿੱਦ ਤੇ ਅੜੀ ਹੋਈ ਹੈ। ਉਹ ਇਹਨਾਂ ਦੀਆਂ ਗੱਲਾਂ ਮੰਨ ਰਹੀ। 6 ਰਾਉਂਡਸ ਆਫ ਟਾਕਸ ਹੋ ਚੁੱਕੀਆਂ, ਕਿਸੇ ਕਨਕਲੂਜਨ ਤੇ ਨਹੀਂ ਪਹੁੰਚ ਸਕੀ। ਇਹਨਾਂ ਹਾਲਾਤਾਂ ਵਿੱਚ ਸਿਰਫ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇੱਕ ਬੜਾ ਵਾਜਬ ਤੇ ਬਹੁਤ ਪੀਸਫੁਲ ਤੇ ਬਹੁਤ ਡੈਮੋਕ੍ਰੈਟਿਕ ਤਰੀਕਾ ਕਿਸੇ ਵੀ ਇਸ਼ੂ ਨੂੰ ਸੈਟਲ ਕਰਨ ਦਾ ਅੱਜ ਦੇ ਮਾਡਰਨ ਯੁੱਗ ਵਿੱਚ, ਬੈਲਟ ਦੇ ਯੁੱਗ ਵਿੱਚ, ਡੈਮੋਕ੍ਰੇਸੀ ਵਿੱਚ ਹੈ। ਉਹ ਉਸ ਮਸਲੇ ਨੂੰ ਹੱਲ ਕਰਨ ਦਾ ਤਰੀਕਾ ਕੇਵਲ ਤੇ ਕੇਵਲ ਹੁਣ ਰੈਫਰੈਂਡਮ ਬਾਕੀ ਹੈ, ਰਾਇਸ਼ੁਮਾਰੀ ਬਾਕੀ ਹੈ, ਜਨਮਤ। ਮੈਂ ਇੱਕ ਚਿੱਠੀ ਲਿਖ ਕੇ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਅਸੀਂ ਭੇਜ ਰਹੇ ਹਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਦੇ ਨਾਲੋਂ ਸ਼ਾਂਤਮਈ ਢੰਗ ਨਹੀਂ ਹੋ ਸਕਦਾ ਕਿਸੇ ਵੀ ਮਸਲੇ ਨੂੰ ਹੱਲ ਕਰਨ ਦੀ। ਔਰ ਰੈਫਰੈਂਡਮ ਦੀ ਵਜ਼ਾਹਤ ਇਸ ਲਈ ਮੈਂ ਕਰ ਰਿਹਾ ਵਾਂ ਕਿਉਂਕਿ ਬੀਜੇਪੀ ਅਕਸਰ ਕਹਿ ਰਹੀ ਆ, ਅੱਜ ਤੱਕ ਕਹਿ ਰਹੀ ਆ ਕਿ ਜਿਹੜੇ ਅਸੀਂ ਇਹ 3 ਕਾਨੂੰਨ ਬਣਾਏ ਨੇ ਇਹ ਕਿਸਾਨ ਹਿਤੈਸ਼ੀ ਆ, ਇਹ ਦੇਸ਼ ਦੇ ਹਿੱਤ ਵਿੱਚ ਨੇ, ਇਹ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਭਲੇ ਦੀ ਗੱਲ ਆ। ਹੁਣ ਪੰਜਾਬ ਦੇ ਕਿਸਾਨ ਕੋਠਿਆਂ ਤੇ ਚੜ੍ਹ ਕੇ ਰੌਲਾ ਪਾ ਚੁੱਕੇ ਨੇ। ਹਰ ਬੱਚਾ ਦਿੱਲੀ ਦੇ ਧਰਨੇ ਵਿੱਚ ਜਾ ਕੇ ਸ਼ਮੂਲੀਅਤ ਕਰ ਚੁੱਕਿਆ। ਬਜ਼ੁਰਗ ਔਰਤਾਂ ਉੱਥੇ ਬੈਠੀਆਂ ਨੇ ਘਰਾਂ ਦੇ ਕੰਮਕਾਰ ਛੱਡ ਕੇ, ਤੇ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਇਹ ਕਾਨੂੰਨ ਪ੍ਰਵਾਨ ਨਹੀਂ ਗੇ, ਜਦ ਕਿ ਬੀਜੇਪੀ ਦੀ ਸਰਕਾਰ ਧੱਕੇ ਨਾਲ ਕਹਿ ਰਹੀ ਹੈ ਕਿ ਇਹ ਕਾਨੂੰਨ ਤੁਹਾਡੇ ਹੱਕ ਵਿੱਚ ਬਣਾਏ ਨੇ। ਇੱਕੋ ਬੰਦ ਕਰੋ ਜਰਾ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਤੇ ਇੱਕੋ ਇੱਕ ਹੱਲ ਹੈ
ਜਿਹੜਾ ਇਹ ਸਾਬਤ ਕਰ ਸਕੇਗਾ ਕਿ ਕਿਹਦਾ ਪੱਖ ਠੀਕ ਹੈ, ਕਿਉਂਕਿ ਬੀਜੇਪੀ ਧੱਕੇ ਨਾਲ ਕਹਿ ਰਹੀ ਆ ਕਿ ਬਹੁ ਗਿਣਤੀ ਲੋਕ ਸਾਡੇ ਨਾਲ ਹੈ। ਇਸ ਲਈ ਇਸ ਡੈਡਲੌਕ ਨੂੰ ਤੋੜਨ ਵਾਸਤੇ ਔਰ ਇੱਕ ਕਿਸੇ ਕ੍ਰਾਈਸਿਸ ਨੂੰ ਖਤਮ ਕਰਨ ਵਾਸਤੇ ਮੇਰੀ ਇਹ ਸੁਝਾਅ ਆ ਸਾਡੇ ਇਸ ਦੇਸ਼ ਦੇ ਸਰਕਾਰ ਨੂੰ ਕਿ ਤੁਸੀਂ ਇੱਕ ਰਾਏਸ਼ੁਮਾਰੀ ਕਰਾ ਲਓ ਪੰਜਾਬ ਦੇ ਵਿੱਚ, ਰਾਏਸ਼ੁਮਾਰੀ ਕਰਾ ਲਓ ਪੰਜਾਬ ਹਰਿਆਣੇ ਵਿੱਚ ਮੈਕਸਿਮਮ, ਜਿੱਥੇ ਲੋਕ ਇਹਦਾ ਡਟ ਕੇ ਵਿਰੋਧ ਕਰ ਰਹੇ ਨੇ। ਜਨਮਤ ਕਰਾ ਲਓ, ਰੈਫਰੈਂਡਮ ਹੋਲਡ ਕਰ ਲਓ, ਜਿਹੜੀ ਧਿਰ ਜਿੱਤ ਜਾਵੇਗੀ ਉਸ ਦੀ ਗੱਲ ਮੰਨ ਲਵੋ ਤੁਸੀਂ ਸਾਰੇ ਜਾਣੇ। ਅਗਰ ਪੰਜਾਬ ਦੇ ਲੋਕ ਕਿਸਾਨ ਜਥੇਬੰਦੀਆਂ ਦਾ ਸਾਥ ਦੇ ਕੇ 3 ਕਾਲੇ ਕਾਨੂੰਨਾਂ ਨੂੰ ਰੈਫਰੈਂਡਮ ਦੇ ਰਾਹੀਂ ਰਿਜੈਕਟ ਕਰਦੇ ਆ ਤਾਂ ਮੈਂ ਸਮਝਦਾ ਵਾਂ ਕਿ ਮੋਦੀ ਦੀ ਸਰਕਾਰ ਨੂੰ ਜਨਮਤ ਦਾ ਫੈਸਲਾ, ਡੈਮੋਕ੍ਰੇਸੀ ਦਾ ਫੈਸਲਾ, ਜਮਹੂਰੀਅਤ ਦਾ ਫੈਸਲਾ ਸਿਰ ਮੱਥੇ ਹੋ ਕੇ ਪ੍ਰਵਾਨ ਕਰਨਾ ਚਾਹੀਦਾ ਵਾ। ਤੇ ਜੇ ਪੰਜਾਬ ਦੇ ਵਿੱਚ ਬੀਜੇਪੀ ਜਿੱਤਦੀ ਆ ਤੇ ਅਸੀਂ ਆਪਣੇ ਆਗੂਆਂ ਨੂੰ ਬੇਨਤੀ ਕਰਾਂਗੇ ਕਿ ਵੀ ਹੁਣ ਬਹੁਮਤ ਜਿਹੜਾ ਹੈਗਾ ਉਹ ਬੀਜੇਪੀ ਦੇ ਹੱਕ ਵਿੱਚ ਆ, ਜਿਹੜਾ ਕਿ ਪੋਸੀਬਲ ਹੀ ਨਹੀਂਗਾ, ਕਿਉਂਕਿ ਹਰ ਵਰਗ ਦੇ ਲੋਕ, ਮੇਰਾ ਖਿਆਲ ਹੈ ਕਿ ਜੇ ਮੈਂ ਗਲਤ ਨਾ ਹੋਵਾਂ ਤਾਂ 99% ਲੋਕ ਪੰਜਾਬ ਦੇ ਇਸ ਵਕਤ ਇਹਨੇ ਕਾਲੇ ਕਾਨੂੰਨਾਂ ਦੇ ਖਿਲਾਫ ਨੇ। ਔਰ ਇਹ ਉੱਥੋਂ ਸਾਬਤ ਹੁੰਦਾ ਜਦੋਂ ਪੰਜਾਬ ਦੀ ਵਿਧਾਨ ਸਭਾ ਵਿੱਚ 117 ਚੋਂ 115 MLAs ਨੇ ਇਹਨਾਂ ਦੇ ਖਿਲਾਫ ਰੈਜ਼ੋਲੂਸ਼ਨ ਪਾਸ ਕਰਕੇ ਦਿੱਲੀ ਦੀ ਸਰਕਾਰ ਨੂੰ ਅਸੀਂ ਭੇਜ ਦਿੱਤਾ ਹੋਇਆ। ਵਿਧਾਨ ਸਭਾ ਪੰਜਾਬ 3.25 ਕਰੋੜ ਆਬਾਦੀ ਦੀ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਹੈ। ਇਸ ਲਈ referendum is the only democratic solution to the current deadlock I'm saying। ਜਾਂ ਤਾਂ ਸਰਕਾਰ ਮੰਨ ਲੈਂਦੀ ਨਾ ਕਿ ਹਾਂ ਅਸੀਂ ਆ ਕਿਸਾਨਾਂ ਦੀਆਂ ਇੰਨੀਆਂ ਗੱਲਾਂ ਅਸੀਂ ਮੰਨ ਲਈਆਂ ਤੇ ਕਿਸਾਨ ਜਥੇਬੰਦੀਆਂ ਉਸ ਤੇ ਸਹਿਮਤ ਹੋ ਜਾਣ, ਫਿਰ ਕਿਸੇ ਇਸ ਤਰ੍ਹਾਂ ਦੀ ਲੋੜ ਨਹੀਂ ਹੈਗੀ। ਪਰ ਜਦ ਤੱਕ ਇਹ ਡੈਡਲੌਕ ਹੋਇਆ, ਕਿਉਂਕਿ ਸਾਨੂੰ ਇਹ ਖਦਸ਼ਾ ਵਾ ਕਿ ਇੱਕ ਪਾਸੇ ਬੀਜੇਪੀ ਦੀ ਸਰਕਾਰ ਗੱਲਬਾਤ ਕਰ ਰਹੀ ਕਿਸਾਨਾਂ ਦੇ ਨਾਲ, ਪਰ ਦੂਸਰੇ ਪਾਸੇ ਉਹਨਾਂ ਨੇ ਆਪਣਾ ਪੂਰਾ ਪ੍ਰਬੰਧ ਨਾਲੋਂ ਨਾਲ ਧਰਨੇ ਨੂੰ ਚੁੱਕਣ ਦਾ ਵੀ ਕਰੀ ਜਾਂਦੇ ਨੇ। ਸੈਟੇਲਾਈਟ ਰਾਹੀਂ, ਡਰੋਨਸ ਦੇ ਰਾਹੀਂ ਏਜੰਸੀਆਂ ਦੇ ਅਫਸਰਾਂ ਨੂੰ ਤੇ ਲੋਕਾਂ ਨੂੰ ਪ੍ਰਾਈਵੇਟ ਕੱਪੜੇ ਪਵਾ ਕੇ ਧਰਨੇ ਦੇ ਵਿੱਚ ਭੇਜਿਆ ਗਿਆ ਵਾ। ਉਹਨਾਂ ਨੇ ਸਾਰੀ ਆਪਣੀ ਕੈਲਕੂਲੇਸ਼ਨ, ਕਿੰਨੇ ਏਰੀਏ ਵਿੱਚ ਧਰਨਾ ਵਾ, ਕਿਹੜੇ ਕਿਹੜੇ ਵਾਈਟਲ ਪੁਆਇੰਟਸ ਨੇ, ਇਹ ਸਾਰਾ ਕੁਝ ਕਰਕੇ ਤੇ ਉਹ ਐਵਰੀ ਪੋਸਿਬਿਲਿਟੀ ਕਿ ਬੀਜੇਪੀ ਦੀ ਸਰਕਾਰ ਇੱਕ ਹੈਂਕੜ ਵਿੱਚ ਆਣ ਕੇ ਇਸ ਧਰਨੇ ਨੂੰ ਜ਼ਬਰਦਸਤੀ ਚੁਕਾਉਣ ਦਾ ਉਪਰਾਲਾ ਕਰੇਗੀ। ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਇਹ ਗਲਤੀ ਕੀਤੀ ਉਹਨਾਂ ਦੀ ਸਰਕਾਰ ਨੇ ਤਾਂ ਇਹ ਇੱਕ ਬਹੁਤ ਵੱਡਾ ਇੱਕ ਨਵਾਂ ਘੱਲੂਘਾਰਾ ਪੈਦਾ ਕਰ ਦੇਣਗੇ ਪੰਜਾਬ ਦੇ। ਬਹੁਤ ਕਤਲੋਗਾਰਤ ਹੋਵੇਗੀ, ਬਹੁਤ ਖੂਨ ਖਰਾਬਾ ਹੋਵੇਗਾ, ਬਹੁਤ ਸੱਟ ਪੇਟ ਲੱਗੇਗੀ। ਇਸ ਕਰਕੇ ਗੋਲੀ ਚਲਾਉਣ ਨਾਲੋਂ ਲਾਠੀ ਭਰਾਉਣ ਨੂੰ ਆਪਣੇ ਲੋਕਾਂ ਤੇ ਜਾਂ ਉਹਨਾਂ ਦੇ ਉੱਤੇ ਉਹਨਾਂ ਧੱਕੇਸ਼ਾਹੀ ਕਰਨ ਨਾਲੋਂ ਇੱਕ ਪੀਸਫੁਲ ਤਰੀਕੇ ਦੇ ਨਾਲ ਰਾਏਸ਼ੁਮਾਰੀ ਕਰਾਉਣੀ 100 ਗੁਣਾ ਚੰਗਾ ਰਸਤਾ ਹੈ। ਔਰ ਮੈਂ ਉਹਦੇ ਮੁਤਲਕ 4-5 ਉਦਾਹਰਨ ਦੇਣਾ ਚਾਹੁੰਦਾ ਜਿਹੜਾ ਅੱਜ ਦੇ ਕੰਟੈਂਪਰੇਰੀ ਵਰਲਡ ਵਿੱਚ ਰੈਫਰੈਂਡਮ ਦਾ ਇਸਤੇਮਾਲ ਕੀਤਾ ਜਾ ਚੁੱਕਾ ਵਾ। ਭਾਰਤ ਵਿੱਚ ਵੀ ਜਦੋਂ ਗੋਆ ਆਜ਼ਾਦ ਹੋਇਆ ਤਾਂ ਗੋਆ ਨੂੰ ਧੱਕੇ ਦੇ ਨਾਲ ਮਹਾਰਾਸ਼ਟਰ ਦੇ ਵਿੱਚ ਮਰਜ ਕਰ ਰਹੇ ਸੀਗੇ ਤੇ ਗੋਆ ਦੇ ਲੋਕਾਂ ਨੇ ਬਹੁਤ ਉੱਥੇ ਆਬਜੈਕਟ ਕੀਤਾ ਕਿ ਸਾਡਾ ਪਹਿਰਾਵਾ, ਸਾਡੀ ਜ਼ੁਬਾਨ, ਸਾਡਾ ਸੱਭਿਆਚਾਰ ਅਲੱਗ ਆ ਮਹਾਰਾਸ਼ਟਰ ਨਾਲੋਂ। ਤਾਂ ਉੱਥੇ ਇੱਕ ਰੈਫਰੈਂਡਮ ਦੇ ਰਾਹੀਂ 1967 ਦੇ ਵਿੱਚ 1967 ਦੇ ਵਿੱਚ ਗੋਆ ਨੇ ਆਪਣੀ ਵੋਟ ਪਾ ਕੇ ਤੇ ਆਪਣਾ ਇੱਕ ਸੂਬਾ ਅਲੱਗਾ ਬਣਾਉਣ ਦਾ ਫੈਸਲਾ ਲਿਆ ਸੀਗਾ। ਇੰਡੀਪੈਂਡੈਂਸ ਵੇਲੇ ਜੂਨਾਗੜ੍ਹ ਸਟੇਟ ਜਿਹੜੀ ਪ੍ਰਿੰਸਲੀ ਸਟੇਟ ਸੀ, ਜਿਹਦਾ ਰਾਜਾ ਮੁਸਲਮਾਨ ਸੀਗਾ ਤੇ ਪ੍ਰਜਾ ਸਾਰੀ ਹਿੰਦੂ ਸੀ, ਉਸ ਵਕਤ ਭਾਰਤ ਦੀ ਸਰਕਾਰ ਨੇ ਪ੍ਰਜਾ ਦੀ ਮਰਜ਼ੀ ਦੇ ਨਾਲ ਪਲੇਬਸਾਈਟ ਕਰਾ ਕੇ, ਰਾਏਸ਼ੁਮਾਰੀ ਕਰਾ ਕੇ ਜੂਨਾਗੜ੍ਹ ਸਟੇਟ ਨੂੰ ਭਾਰਤ ਦੇਸ਼ ਦੇ ਵਿੱਚ ਮਰਜ ਕੀਤਾ ਸੀਗਾ। ਤੇ 3-4 ਉਦਾਹਰਨ ਵੈਸਟਰਨ ਵਰਲਡ ਵਿੱਚ ਨੇ। ਹੁਣੇ ਹੀ ਤਾਜ਼ਾ ਇੰਗਲੈਂਡ ਦੇ ਵਿੱਚ, UK ਦੇ ਵਿੱਚ ਬਹੁਤ ਵਿਵਾਦ ਉੱਠਿਆ ਸੀਗਾ ਕਿ ਕੀ ਆਇਆ ਸਾਨੂੰ ਯੂਰੋਪੀਅਨ ਯੂਨੀਅਨ EU ਦਾ ਹਿੱਸਾ ਰਹਿਣਾ ਚਾਹੀਦਾ ਕਿ ਨਹੀਂ ਰਹਿਣਾ ਚਾਹੀਦਾ। ਬਹੁਤ ਬਹਿਸ ਹੋਈ, ਬਹੁਤ ਤਕਰਾਰ ਹੋਇਆ, ਬਹੁਤ ਧਰਨੇ, ਮੁਜ਼ਾਹਰੇ, ਬਹੁਤ ਕੁਝ ਹੋਇਆ। ਤੇ ਬਰਤਾਨੀਆ ਦੀ ਸਰਕਾਰ ਨੇ ਆਪਣੇ ਲੋਕਾਂ ਨੂੰ ਇੱਕ ਆਪਸ਼ਨ ਦੇ ਦਿੱਤੀ ਕਿ ਅਸੀਂ ਰੈਫਰੈਂਡਮ ਕਰਾ ਦਿੰਨੇ ਆ। ਜਿਹੜੇ ਲੋਕ ਕਹਿਣਾ ਚਾਹੁੰਦੇ ਨੇ ਕਿ ਇੰਗਲੈਂਡ ਨੂੰ ਯੂਰੋਪੀਅਨ ਯੂਨੀਅਨ ਚੋਂ ਬਾਹਰ ਆ ਜਾਣਾ ਚਾਹੀਦਾ, ਆਪਣੀ ਕਰੰਸੀ ਰੱਖਣੀ ਚਾਹੀਦੀ ਆ, ਜੇ ਉਹਨਾਂ ਦੀ ਵੋਟ ਜ਼ਿਆਦਾ ਹੋਈ ਤੇ ਅਸੀਂ ਉਹਨਾਂ ਦੀ ਗੱਲ ਮੰਨ ਲਾਂਗੇ। 2 ਵਾਰ ਰੈਫਰੈਂਡਮ ਕਰਾਇਆ, ਫਾਈਨਲੀ ਇੰਗਲੈਂਡ ਹੈਜ਼ ਡਿਸਾਈਡਡ ਟੂ ਕਮ ਆਊਟ ਆਫ ਦ ਯੂਰੋਪੀਅਨ ਯੂਨੀਅਨ। ਜੇ ਫਰਜ਼ ਕਰੋ ਰੈਫਰੈਂਡਮ ਨਾ ਕਰਾਉਂਦੇ ਤੇ ਬੇਚੈਨੀ ਰਹਿਣੀ ਸੀਗੀ। ਔਰ ਜਿਹੜੇ ਲੋਕ
ਇਸ ਦਾ ਵਿਰੋਧ ਕਰ ਰਹੇ ਸੀ ਕਿ ਅਸੀਂ EU ਦੇ ਵਿੱਚ ਨਹੀਂ ਰਹਿਣਾ, ਫਿਰ ਉਹਨਾਂ ਦੇ ਉੱਤੇ ਜਿਹੜਾ ਸੀਗਾ ਕਿਸੇ ਤਰ੍ਹਾਂ ਦਾ ਤਸ਼ੱਦਦ ਹੋਣਾ ਸੀ, ਫੋਰਸ ਇਸਤੇਮਾਲ ਕਰਨੀ ਸੀ, ਗੋਲੀ ਚੱਲਣੀ ਸੀਗੀ। ਪਰ ਅੱਜ ਉਸ ਬਰਤਾਨੀਆ ਨੇ ਆਪਣੇ ਇਸ ਵੱਡੇ ਪੱਖ ਦੇ ਮਸਲੇ, ਇੰਟਰਨੈਸ਼ਨਲ ਇਸ਼ੂ ਨੂੰ ਬੜੇ ਹੀ ਆਰਾਮ ਨਾਲ ਇੱਕ ਵੋਟ ਦੇ ਰਾਹੀਂ, ਇੱਕ ਜਨਮਤ ਰਾਹੀਂ ਇਸ ਨੂੰ ਸੈਟਲ ਕਰਾ ਲਿਆ। ਇਸ ਤੋਂ ਪਹਿਲਾਂ ਕਿਊਬਿਕ ਸਟੇਟ ਆ ਕੈਨੇਡਾ ਵਿੱਚ, ਜਿਹੜੀ ਕਿ ਫ੍ਰੈਂਚ ਡੋਮੀਨੇਟਡ ਸਟੇਟ ਆ, ਜਿੱਥੇ ਲੋਕ ਅਰਸੇ ਤੋਂ ਕਹਿੰਦੇ ਸੀਗੇ ਕਿ ਸਾਨੂੰ ਆਪਣਾ ਅਲੱਗਾ ਦੇਸ਼ ਚਾਹੀਦਾ ਵਾ, ਅਸੀਂ ਕੈਨੇਡਾ ਦੇ ਮੁਲਕ ਤੋਂ ਬਾਹਰ ਹੋ ਕੇ ਆਪਣਾ ਦੇਸ਼ ਬਣਾਉਣਾ ਚਾਹੁੰਦੇ ਆ। ਤਾਂ ਕੈਨੇਡਾ ਦੀ ਸਰਕਾਰ ਨੇ ਕਿਊਬਿਕ ਸਟੇਟ ਵਾਸਤੇ 3 ਵਾਰ ਰੈਫਰੈਂਡਮ ਕਰਾਇਆ, 3 ਵਾਰ ਵੋਟਾਂ ਪਈਆਂ। ਜਿਹੜੇ ਲੋਕ ਅਲੱਗ ਦੇਸ਼ ਚਾਹੁੰਦੇ ਸੀ, ਫ੍ਰੈਂਚ ਸਪੀਕਿੰਗ ਜਿਹੜੇ ਫ੍ਰੈਂਚ ਭਾਸ਼ਾ ਬੋਲਦੇ ਸੀਗੇ, ਉਹ ਤਿੰਨੇ ਰੈਫਰੈਂਡਮਸ ਵਿੱਚ ਥੋੜੀ ਮਾਤਰਾ ਵਿੱਚ ਹਾਰਦੇ ਰਹੇ ਨੇ। ਫਾਈਨਲੀ ਉਹਨਾਂ ਲੋਕਾਂ ਨੇ ਆਪਣੀ ਡਿਮਾਂਡ ਜਿਹੜੀ ਸੀਗੀ ਉਹ ਛੱਡ ਦਿੱਤੀ ਕਿ ਬਹੁਤ ਸੰਮਤੀ ਲੋਕ ਜਿਹੜੇ ਨੇ ਕਿਊਬਿਕ ਸਟੇਟ ਦੇ, ਉਹ ਅਲੱਗਾ ਨਹੀਂ ਹੋਣਾ ਚਾਹੁੰਦੇ। ਇੱਕ ਮਾਮਲਾ ਪੀਸਫੁਲੀ ਸੈਟਲ ਹੋ ਗਿਆ, ਨਹੀਂ ਤਾਂ ਉੱਥੇ ਵੀ ਬੇਚੈਨੀ ਰਹਿੰਦੀ ਜਾਂ ਹਾਲਾਤ ਖਰਾਬ ਹੋ ਸਕਦੇ ਸੀਗੇ। ਲਾਈਕਵਾਈਜ਼ ਸਕਾਟਲੈਂਡ ਵਿੱਚ ਰੈਫਰੈਂਡਮ ਦਾ ਇਸਤੇਮਾਲ ਕੀਤਾ ਗਿਆ ਵਾ। ਹਾਲ ਹੀ ਵਿੱਚ ਸਪੇਨ ਚੋਂ ਕੈਟਾਲੋਨੀਆ ਨੇ ਇਸ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਕਾਮਯਾਬ ਨਹੀਂ ਹੋਏ। ਤਾਂ ਇੱਕ ਪ੍ਰਚਲਿਤ ਸਿਸਟਮ ਵਰਲਡ ਵਾਈਡ ਹੈ, ਜਿਹਦੇ ਵਿੱਚ ਲੋਕਾਂ ਦੀ ਰਾਏ ਲੈ ਕੇ ਮਸਲਿਆਂ ਦਾ ਹੱਲ ਕੀਤਾ ਜਾ ਸਕਦਾ। ਅਗਰ ਦੇਸ਼ ਬਣਾਉਣ ਵਿੱਚ ਜਾਂ ਦੇਸ਼ ਤੋਂ ਟੁੱਟਣ ਦੇ ਗੱਲਾਂ ਤੇ ਫੈਸਲਾ ਰਾਏਸ਼ੁਮਾਰੀ ਨਾਲ ਲਿਆ ਜਾ ਸਕਦਾ। ਅਗਰ ਯੂਰਪੀਅਨ ਯੂਨੀਅਨ ਚੋਂ ਬਰਤਾਨੀਆ ਵੋਟ ਰਾਹੀਂ ਲੋਕਾਂ ਦੀ ਰਾਏ ਜਾਣ ਸਕਦੀ ਆ ਤੇ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦਿਆਂ ਹੋਇਆਂ ਯੂਰਪੀਅਨ ਯੂਨੀਅਨ ਚੋਂ ਬਾਹਰ ਆ ਜਾਂਦੀ ਆ, ਤੇ ਫਿਰ ਭਾਰਤ ਨੂੰ ਕਿਸਾਨ ਸੰਘਰਸ਼ ਨੂੰ ਨਜਿੱਠਣ ਵਾਸਤੇ, ਇਸ ਨੂੰ ਸਮਾਪਤ ਕਰਨ ਵਾਸਤੇ ਲੋਕਾਂ ਦੀ ਰਾਏ ਲੈ ਲੈਣੀ ਚਾਹੀਦੀ ਆ। ਪੰਜਾਬ, ਮੈਂ ਵੈਸੇ ਜ਼ਿਆਦਾ ਪੰਜਾਬ ਦੀ ਗੱਲ ਕਰ ਰਿਹਾ, ਰੈਫਰੈਂਡਮ ਨਾਟ ਸਾਰੀ ਕੰਟਰੀਜ਼ ਨੇ ਕਹਿ ਰਿਹਾ। ਕੁਝ ਸਟੇਟਸ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਸਾਨੂੰ ਇਹ ਕਾਨੂੰਨ ਅੱਛੇ ਲੱਗਦੇ ਨੇ, ਤੁਸੀਂ ਉਹਨਾਂ ਦੇ ਲਾਗੂ ਕਰ ਦਿਓ, ਸਾਨੂੰ ਕੋਈ ਇਤਰਾਜ਼ ਨਹੀਂਗਾ। ਬਲਕਿ ਰੈਫਰੈਂਡਮ ਵੀ ਤਾਂ ਕਹਿਣਾ ਪੈ ਰਿਹਾ ਕਿਉਂਕਿ ਬਹੁਤ ਅਰਸਾ ਇਹ ਜਿਹੜਾ ਸਾਰਾ ਸੰਘਰਸ਼ ਬਹੁਤ ਅੱਗੇ ਚਲੇ ਗਿਆ ਵਾ। ਅਸੂਲਨ ਤਾਂ ਡੈਮੋਕ੍ਰੇਸੀ ਦਾ ਬੇਸਿਕ ਐਸੈਂਸ ਹੀ ਇਹ ਆ ਕਿ ਕਾਨੂੰਨ ਉਹ ਬਣਾਏ ਜਾਣ ਜਿਹੜੇ ਲੋਕਾਂ ਨੂੰ ਪ੍ਰਵਾਨ ਹੋਣ, ਜਿਹੜੇ ਮੈਜੋਰਿਟੀ ਲੋਕਾਂ ਨੂੰ ਪ੍ਰਵਾਨ ਹੋਣ। ਇਹ ਕਾਨੂੰਨ ਪੰਜਾਬ ਦੇ ਲੋਕ ਕਹਿੰਦੇ ਸਾਨੂੰ ਪ੍ਰਵਾਨ ਨਹੀਂ। ਇਸ ਲਈ ਅਸੀਂ ਬੀਜੇਪੀ ਦੀ ਸਰਕਾਰ ਨੂੰ ਪਹਿਲਾਂ ਵੀ ਕਹਿ ਚੁੱਕੇ, ਹੁਣ ਫਿਰ ਕਹਿ ਸਕਦੇ ਆ ਕਿ ਜੇ ਤੁਹਾਨੂੰ ਲੱਗਦਾ ਕਿ ਬਾਕੀ ਸਾਰੇ ਸੂਬੇ ਇਸ ਕਾਨੂੰਨ ਨਾਲ ਸਹਿਮਤ ਆ, ਤੁਸੀਂ ਉੱਥੇ ਲਾਗੂ ਕਰ ਦਿਓ ਸਾਰਿਆਂ ਵਿੱਚ। ਇਕੱਲੇ ਪੰਜਾਬ ਨੂੰ ਤੇ ਹਰਿਆਣੇ ਨੂੰ ਇਹਨਾਂ ਕਾਨੂੰਨਾਂ ਚੋਂ ਐਗਜ਼ੈਂਪਟ ਕਰ ਦਿਓ, ਛੱਡ ਦਿਓ। ਕਨਸਟੀਟਿਊਸ਼ਨ ਕਿਹਦਾ, ਪਾਰਲੀਮੈਂਟ ਕਿਹਦੀ ਆ? ਆਪਣੀ ਆ ਨਾ। ਸਾਡੇ ਵਾਸਤੇ ਕਿੰਨੀਆਂ ਅਮੈਂਡਮੈਂਟਸ ਪਹਿਲਾਂ ਹੋ ਚੁੱਕੀਆਂ ਨੇ। ਮੇਰਾ ਖਿਆਲ ਹੈ ਕਿ ਸੈਂਕੜੇ ਅਮੈਂਡਮੈਂਟਸ ਕਨਸਟੀਟਿਊਸ਼ਨ ਵਿੱਚ ਪਹਿਲਾਂ ਭਾਰਤ ਵਿੱਚ ਹੋ ਚੁੱਕੀਆਂ। ਇੱਕ ਅਮੈਂਡਮੈਂਟ ਹੋਰ ਕਰਕੇ ਸਿੰਪਲ ਜੀ, ਤੇ ਦੇ ਕੈਨ ਈਜ਼ੀਲੀ ਐਗਜ਼ੈਂਪਟ ਪੰਜਾਬ ਐਂਡ ਹਰਿਆਣਾ from implementation of these laws which people are opposing tooth and nail. ਇਸ ਤੋਂ ਇਲਾਵਾ ਵੀ ਆਰਟੀਕਲ 371 ਆ ਆਫ ਦ ਕਨਸਟੀਟਿਊਸ਼ਨ, ਕਲੌਜ਼ A, B, C, D, I ਤੱਕ, ਜਿਹਦੇ ਚ 10 ਸੂਬੇ ਅੱਜ ਵੀ ਸੰਵਿਧਾਨ ਚ ਉਹਨਾਂ ਨੂੰ ਕੁਝ ਕਾਨੂੰਨਾਂ ਤੋਂ ਛੋਟ ਆ। ਉਹਦੇ ਮੋਦੀ ਸਾਹਿਬ ਦਾ ਗੁਜਰਾਤ ਆਰਟੀਕਲ 371 ਵਿੱਚ ਫਾਇਦਾ ਲੈ ਰਿਹਾ ਵਾ, ਮਹਾਰਾਸ਼ਟਰ ਫਾਇਦਾ ਲੈ ਰਿਹਾ, ਐਗਜ਼ੈਂਪਸ਼ਨ ਲੈ ਰਿਹਾ ਵਾ, ਗੋਆ ਲੈ ਰਿਹਾ ਵਾ। ਆਰਟੀਕਲ 371 ਚ ਵਿੱਚ ਉਹ ਪੰਜਾਬ ਤੇ ਹਰਿਆਣੇ ਨੂੰ ਐਗਜ਼ੈਂਪਟ ਕਰ ਸਕਦੇ ਕਿ ਅਸੀਂ ਬਾਕੀ ਸਾਰੇ ਦੇਸ਼ ਵਿੱਚ ਲਾਗੂ ਕਰਤੇ ਕਾਨੂੰਨ, ਤੇ ਪੰਜਾਬ ਤੇ ਹਰਿਆਣਾ 2-3 ਸਾਲ ਦੇਖਣਗੇ ਕਿ ਹਾਂ ਜੇ ਕਾਨੂੰਨਾਂ ਦੇ ਵਿੱਚ ਬਹੁਤ ਕਿਸਾਨਾਂ ਨੂੰ ਫਾਇਦਾ ਹੋ ਗਿਆ, ਜੇ ਦੇਸ਼ ਦਾ ਕਿਸਾਨ ਬਹੁਤ ਖੁਸ਼ਹਾਲ ਹੋ ਗਿਆ, ਤੇ ਪੰਜਾਬ ਦੇ ਕਿਸਾਨਾਂ ਨੇ ਆਪ ਮੰਗ ਕੇ ਕਾਨੂੰਨ ਲੈ ਲੈਣਾ ਇਹ ਮੋਦੀ ਸਾਹਿਬ। ਪਰ ਅੱਜ ਇਸ ਤਰ੍ਹਾਂ ਧੱਕੇ ਦੇ ਨਾਲ ਜਦ ਸਾਰਾ ਸੂਬਾ ਘਰੋਂ ਬੇਘਰ ਹੋ ਕੇ ਸੜਕਾਂ ਦੇ ਉੱਤੇ ਬੈਠਾ, ਪੁੰਜੇ ਬੈਠਾ ਵਾ, 11 ਬੰਦੇ ਮਰ ਗਏ ਨੇ ਕਿਸਾਨ, ਤੇ ਫਿਰ ਤੁਸੀਂ ਧੱਕੇ ਦੇ ਨਾਲ ਸਾਡੇ ਉੱਤੇ ਇਹ ਕਾਨੂੰਨ ਨਾ ਥੋਪਿਆ ਜਾਵੇ। ਇਹ ਔਰ ਆਰਟੀਕਲ 371 370 ਚੋਂ ਨਿਕਲਿਆ ਸੀ, ਜਿਹੜਾ ਐਬਰੋਗੇਟ ਕੀਤਾ ਆਰਟੀਕਲ 370 ਜੰਮੂ ਕਸ਼ਮੀਰ ਚ। ਉਹਦੇ ਵਿੱਚ ਵੀ ਤਾਂ ਸੀਗਾ, ਜਦੋਂ ਲੋਕ ਸਭਾ ਪਾਸ ਕਰਦੀ ਉਹ ਇੱਕ ਲਾਈਨ ਲਿਖੀ ਜਾਂਦੀ ਸੀਗੀ ਕਿ ਦਿਸ ਲਾਅ ਵਿਲ ਬੀ ਐਪਲੀਕੇਬਲ ਟੂ ਦੀ ਇੰਟਾਇਰ ਕੰਟਰੀ ਬਟ ਜੰਮੂ ਐਂਡ ਕਸ਼ਮੀਰ, ਮਤਲਬ ਕਿ ਉਹਨਾਂ ਨੂੰ ਐਗਜ਼ੈਂਪਟ ਕੀਤਾ ਜਾਂਦਾ ਸੀਗਾ। ਇਸ ਕਰਕੇ ਹੁਣ ਉਹ 370 ਖਤਮ ਕਰਤੀ, ਪਰ 371 ਆਰਟੀਕਲ ਦੀ ਕਨਸਟੀਟਿਊਸ਼ਨ ਦੀ ਧਾਰਾ ਹਲੇ ਵੀ ਪ੍ਰਚਲਿਤ ਹੈ। ਇਸ ਕਰਕੇ ਜੇ ਤਾਂ ਸਰਕਾਰ ਨੇ ਮਨ ਬਣਾਇਆ ਵਾ ਕਿ ਅਸੀਂ
ਪੰਜਾਬ ਦੇ ਨਾਲ ਧੱਕੇਸ਼ਾਹੀ ਕਰਨੀ ਆ, ਵਿਤਕਰਾ ਕਰਨਾ, ਜਿੱਦਾਂ ਪਹਿਲਾਂ ਇੱਕ ਲੰਬੀ ਦਾਸਤਾਨ ਆ ਸਾਡੇ ਪਾਣੀ ਖੋਹਣ ਦੀ, ਸਾਡੇ ਸੂਬੇ ਨੂੰ ਲੰਗੜਾ ਬਣਾਉਣ ਦੀ, ਸਾਡੀ ਰਾਜਧਾਨੀ ਖੋਹਣ ਦੀ, ਸਾਡੇ ਸੂਬੇ ਦੇ ਵਿੱਚ ਜਿਹੜੀਆਂ ਬੇਇਨਸਾਫੀਆਂ ਹੋਈਆਂ ਅਰਸੇ ਤੋਂ, ਅਗਰ ਉਹਨਾਂ ਨੇ ਇਹ ਮਨ ਬਣਾਇਆ ਪਹਿਲਾਂ ਹੀ, ਫਿਰ ਤਾਂ ਇਸ ਗੱਲ ਦਾ ਕੋਈ ਹੱਲ ਨਹੀਂ ਹੈਗਾ। ਪਰ ਜੇ ਕੇਂਦਰ ਸਰਕਾਰ ਜੈਨੂਅਨਲੀ ਹੱਲ ਲੱਭਣ ਵਿੱਚ ਇੰਟਰਸਟਿਡ ਆ ਤਾਂ ਮੈਂ ਸਮਝਦਾ ਬੜੇ ਆਰਾਮ ਦੇ ਨਾਲ ਆਰਟੀਕਲ 371 ਆਫ ਦ ਕਨਸਟੀਟਿਊਸ਼ਨ ਦੇ ਤਹਿਤ ਪੰਜਾਬ ਤੇ ਹਰਿਆਣਾ ਨੂੰ ਐਗਜ਼ੈਂਪਟ ਵੀ ਕਰ ਸਕਦੇ ਆ, ਤੇ ਜੇ ਨਹੀਂ ਐਗਜ਼ੈਂਪਟ ਕਰਨਾ ਚਾਹੁੰਦੇ ਤੇ ਫਿਰ ਲੋਕਾਂ ਦਾ ਰਾਏ ਲੈ ਕੇ ਇੱਕ ਰੈਫਰੈਂਡਮ ਕਰਾ ਕੇ ਰਾਏ ਸ਼ੁਮਾਰੀ ਕਰਾ ਕੇ ਇਸ ਗੱਲ ਦਾ ਫੈਸਲਾ ਕਰਨ, ਕਿਉਂਕਿ ਇਹ ਜਿਹੜਾ ਪੀਸਫੁਲ ਤਰੀਕਾ ਵਾ ਇਹ ਤਸ਼ੱਦਦ ਕਰਨ ਨਾਲੋਂ, ਲਾਠੀ ਚਾਰਜ ਕਰਨ ਨਾਲੋਂ, ਟੇਅਰ ਗੈਸ ਭਰਾਉਣ ਨਾਲੋਂ, ਗੋਲੀਆਂ ਚਲਾਉਣ ਨਾਲੋਂ, ਬਜ਼ੁਰਗਾਂ ਤੇ ਔਰਤਾਂ ਦੇ ਉੱਤੇ ਜ਼ੁਲਮ ਕਰਨ ਨਾਲੋਂ 100 ਗੁਣਾ ਚੰਗਾ ਰਸਤਾ ਸਾਰੀ ਦੁਨੀਆ ਵਿੱਚ ਇਹ ਸਿਸਟਮ ਹੈ। ਤਾਂ ਇਸ ਕਰਕੇ ਇਸ ਨੂੰ ਲੈ ਕੇ ਮੈਂ ਇੱਕ ਚਿੱਠੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੂੰ ਲਿਖ ਕੇ ਘਿਲਾ ਦਿੱਤੀ ਹੈ ਔਰ ਉਮੀਦ ਕਰਦਾ ਵਾਂ ਕਿ ਉਹ ਇਸ ਵਾਜਬ ਜੀ ਗੱਲ ਦੇ ਉੱਤੇ ਜ਼ਰੂਰ ਰਾਏ ਆਪਣੀ ਕਰਕੇ ਤੇ ਇਸ ਸੰਘਰਸ਼ ਨੂੰ ਸ਼ਾਂਤਮਈ ਢੰਗ ਦੇ ਨਾਲ ਨਿਬੇੜਨ ਦਾ ਉਪਰਾਲਾ ਕਰਨ। ਅੱਜ ਦਾ ਮੇਰਾ ਇਸ਼ੂ ਇਹ ਸੀਗਾ। ਦੇਖੋ, ਇਨਪੁਟਸ ਦਾ ਜੋ ਅਸੀਂ ਸੋਸ਼ਲ ਮੀਡੀਆ ਦੇ ਉੱਤੋਂ ਸੁਣ ਰਹੇ ਹਾਂ, ਕੁਝ ਦੇਖ ਰਹੇ ਹਾਂ, ਕੁਝ ਸਾਡੇ ਸੱਜਣ ਜਿਨ੍ਹਾਂ ਨਾਲ ਰੋਜ਼ ਟੈਲੀਫੋਨ ਤੇ ਰਾਬਤਾ ਦਿੱਲੀ ਜਿਹੜੇ ਬੈਠੇ ਨੇ ਮੋਰਚਿਆਂ ਤੇ, ਉਹ ਹੁਣ ਕਹਿ ਰਹੇ ਸੀ, ਅੱਜ ਸਵੇਰੇ ਮੇਰੀ ਟੈਲੀਫੋਨ ਦੇ ਉੱਤੇ ਬੜੇ ਰਿਸਪੌਂਸਿਬਲ ਪਰਸਨ ਨਾਲ ਗੱਲ ਹੋਈ ਆ, ਉਹ ਕਹਿੰਦੇ ਕਿ ਜਿਹੜੀਆਂ ਬਿਲਕੁਲ ਛੋਟੀਆਂ ਗਲੀਆਂ ਵੀ ਸੀ ਨਾ, ਜਿਹੜੀਆਂ ਧਰਨੇ ਦੇ ਨੂੰ ਐਂਟਰ ਕਰਦੀਆਂ ਸੀ, ਨਿੱਕੇ ਨਿੱਕੇ ਰਾਹ ਸੀਗੇ, ਉਹਨਾਂ ਦੇ ਉੱਤੇ ਪੈਰਾਮਿਲਟਰੀ ਫੋਰਸਿਸ ਦੀ ਨਫਰੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਇਸ ਕਰਕੇ ਉੱਥੇ ਉਹਨਾਂ ਨੂੰ ਬੈਠੇ ਲੋਕਾਂ ਨੂੰ ਵੀ ਖਦਸ਼ਾ ਵਾ ਕਿ ਸਰਕਾਰ ਕੋਈ ਇਸ ਤਰ੍ਹਾਂ ਦਾ ਫੈਸਲਾ ਲੈ ਕੇ ਧਰਨੇ ਨੂੰ ਚੱਕਣ ਵਾਸਤੇ ਜ਼ੋਰ ਜ਼ਬਰ ਕਰ ਸਕਦੀ। ਕੈਟੇਗੋਰਿਕਲੀ ਮੈਂ ਕਹਿ ਰਿਹਾ ਨਾ ਕਿ ਇਹ ਰੈਫਰੈਂਡਮ ਕਿਸਾਨਾਂ ਦੇ 3 ਕਾਨੂੰਨਾਂ ਨੂੰ ਲੈ ਕੇ ਕਰਵਾਇਆ ਜਾਵੇ। ਵੀ ਆਰ ਨਾਟ ਟਾਕਿੰਗ ਸਪੋਰਟਿੰਗ ਡਾਇਵਰਟਿੰਗ ਅਟੈਂਸ਼ਨ ਟੂ ਐਨੀ ਅਦਰ ਰੈਫਰੈਂਡਮ ਬੀਇੰਗ ਟਾਕਡ ਅਬਾਊਟ ਇਨ ਦਿਸ ਕੰਟਰੀ। ਸਿਰਫ ਜਿਹੜੇ 3 ਕਾਲੇ ਕਾਨੂੰਨ ਬਣਾਏ ਨੇ ਮੋਦੀ ਸਾਹਿਬ ਨੇ, ਕਿਉਂਕਿ ਕਿੱਦਾਂ ਮਨਾਵਾਂਗੇ ਬੀਜੇਪੀ ਨੂੰ ਕਿ ਪੰਜਾਬ ਦੇ ਲੋਕ ਤੁਹਾਡੇ ਨਾਲ ਇਸ ਮੁੱਦੇ ਤੇ ਨਹੀਂ ਗਏ। ਉਹ ਤਾਂ ਵੋਟ ਪਾ ਕੇ ਪਤਾ ਲੱਗ ਸਕਦਾ ਕਿ ਪੰਜਾਬ ਦੇ ਲੋਕ ਬਹੁਤ ਗਿਣਤੀ ਇਸ ਕਾਨੂੰਨ ਦੇ ਖਿਲਾਫ ਹੈ। ਵੈਸੇ ਤਾਂ ਲੱਖਾਂ ਦੀ ਤਾਦਾਦ ਵਿੱਚ ਜਦੋਂ ਲੋਕ ਬਹਿ ਗਏ ਸੀ, ਬੀਜੇਪੀ ਸਰਕਾਰ ਨੂੰ ਆਪੇ ਮੰਨ ਜਾਣਾ ਚਾਹੀਦਾ ਸੀਗਾ, ਪਰ ਉਹ ਕਹਿੰਦੇ ਨਹੀਂ ਜੀ, ਇਹ ਤਾਂ ਵਿਚੋਲੀਏ ਆ, ਇਹ ਤਾਂ ਹੁੱਲੜਬਾਜ਼ ਬੈਠੇ ਨੇ, ਇਹ ਤਾਂ ਖਾਲਿਸਤਾਨੀ ਬੈਠੇ ਨੇ, ਇਹ ਤਾਂ ਐਂਟੀ ਨੈਸ਼ਨਲ ਬੈਠੇ ਨੇ। ਸੋ ਇਹ ਬੀਜੇਪੀ ਦਾ ਜਿਹੜਾ ਇਹ ਨਜ਼ਰੀਆ ਵਾ, ਤੇ ਜਿਹੜਾ ਇਹ ਮੈਂ ਸਮਝਦਾ ਕਿਸਾਨ ਜਿਨ੍ਹਾਂ ਨੇ ਅੱਜ ਤੱਕ ਆਪਣਾ ਸਾਰਾ ਧਰਨਾ ਮੁਜ਼ਾਹਰਾ ਸ਼ਾਂਤਮਈ ਰੱਖਿਆ, ਉਹਨਾਂ ਦੀ ਤੋਹੀਨ ਆ। ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਇਹ ਸਾਰੇ ਬਿਆਨਾਤ ਨੇ। ਇਹ ਔਰ ਸਰਕਾਰ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ, ਬੰਦੇ ਵੀ ਵਿੱਚ ਇਸ ਤਰ੍ਹਾਂ ਦੇ ਭੇਜੇ ਕਿ ਕਿਸੇ ਤਰੀਕੇ ਨਾਲ ਇਹ ਧਰਨੇ ਨੂੰ ਟੋਰਪੀਡੋ ਕੀਤਾ ਜਾਵੇ, ਪਰ ਇਹ ਧਰਨਾ ਅੱਜ ਤੱਕ ਲੋਕਪ੍ਰਿਯ ਧਰਨਾ ਵਾ ਸਾਰੇ ਪੰਜਾਬ ਦੇ। ਔਰ ਸਾਨੂੰ ਮਾਣ ਆ ਕਿ ਸਾਰੇ ਵਰਗਾਂ ਦੇ ਲੋਕ, ਸਾਰੇ ਧਰਮਾਂ ਦੇ ਲੋਕ ਇਸ ਧਰਨੇ ਦੇ ਵਿੱਚ ਜਾ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਯੋਗਦਾਨ ਪਾ ਰਹੇ ਨੇ। ਸਰਾਸਰ ਬੀਜੇਪੀ ਦੀ ਇਹ ਗਲਤ ਇਲਜ਼ਾਮਬਾਜ਼ੀ ਆ। ਮੈਂ ਆਪ ਬਜ਼ਾਤੇ ਖੁਦ 3 ਵਾਰ ਉਸ ਧਰਨੇ ਵਿੱਚ ਜਾ ਕੇ ਦੇਰ ਰਾਤ ਤੱਕ ਬੈਠ ਕੇ ਦੇਖ ਕੇ ਆਇਆ। ਉੱਥੇ ਕਿਸੇ ਤਰ੍ਹਾਂ ਦਾ ਕੋਈ ਐਂਟੀ ਨੈਸ਼ਨਲ ਅੰਸਰ ਨਹੀਂਗਾ। ਅਗਰ ਕਿਸੇ ਇੱਕ ਅੱਧੇ ਬੰਦੇ ਨੇ ਅੱਕੇ ਨੇ, ਜਿਹੜਾ ਬੰਦੇ ਹੁਣ ਅੱਕ ਗਏ ਨੇ ਬੈਠ ਕੇ ਉੱਥੇ, ਕਿਸੇ ਨੇ ਕੋਈ ਇਦਾਂ ਦਾ ਇੱਕ ਲਫ਼ਜ਼ ਵੀ ਕਹਿਤਾ, ਦੈਟ ਡਜ਼ਨਟ ਮੀਨ ਕਿ ਉੱਥੇ ਲੱਖਾਂ ਜਿਹੜੇ ਤਾਦਾਦ ਵਿੱਚ ਬੈਠੇ ਨੇ ਲੋਕ, ਉਹਨਾਂ ਦੀ ਰਾਏ ਆ ਕੋਈ। ਨੈਸ਼ਨਲ ਮੀਡੀਆ ਨੇ ਉਸ ਨੂੰ ਬਹੁਤ ਆਊਟ ਆਫ ਪ੍ਰੋਪੋਰਸ਼ਨ ਬਲੋ ਕਰਕੇ, ਉਹਦੀ ਗਲਤ ਤਰਜਮਾਨੀ ਕਰਕੇ ਬਥੇਰਾ ਜ਼ੋਰ ਲਾਇਆ। ਪਰ ਮੈਂ ਇਸ ਵਾਰ ਦੇਖਿਆ ਵਾ ਕਿ ਪਹਿਲੀ ਵਾਰ ਆ ਕਿ ਸਾਰੇ ਧਰਮਾਂ ਦੇ ਲੋਕ, ਮੈਂ ਕਹਿ ਰਿਹਾ ਹਰਿਆਣਾ, ਬਹੁਤ ਵੱਡੀ ਤਾਦਾਦ ਵਿੱਚ ਉੱਥੇ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਨੇ, ਪਾਣੀ ਹੈ, ਦੁੱਧ ਹੈ, ਰੋਟੀਆਂ ਹੈ, ਲੰਗਰ ਹੈ, ਸਾਰਾ ਕੁਝ ਹਰਿਆਣੇ ਦੇ ਵਿੱਚੋਂ ਵੀ ਬਹੁਤ ਵੱਡੀ ਤਾਦਾਦ ਵਿੱਚ ਆ ਰਿਹਾ। ਜਿੱਥੇ NRIs ਭੇਜ ਰਹੇ ਨੇ ਅਮਦਾਦ, ਜਿੱਥੇ ਪੰਜਾਬ ਦੇ ਲੋਕ ਭੇਜ ਰਹੇ ਨੇ, ਉੱਥੇ ਹਰਿਆਣਾ ਤੇ ਉੱਤਰ ਪ੍ਰਦੇਸ਼ ਤੇ ਰਾਜਸਥਾਨ ਤੋਂ। ਔਰ ਜਿਹੜਾ ਜਿਸ ਵਰਗ ਦਾ ਕਿਸਾਨਾਂ ਨਾਲ ਕੋਈ ਤਾਲੁਕ ਨਹੀਂਗਾ, ਵਕੀਲ ਸਾਰੇ, ਡਾਕਟਰ ਸਾਰੇ, ਪੰਜਾਬ 'ਚੋਂ ਪਤਾ ਨਹੀਂ ਕਿੰਨੀਆਂ ਟੀਮਾਂ ਡਾਕਟਰਾਂ ਦੀਆਂ, ਔਰ ਖਾਸ ਤੌਰ ਤੇ ਵਪਾਰੀ ਵਰਗ ਜਿਹੜਾ, ਉਸਨੇ ਇਹਨੂੰ ਬਹੁਤ ਮਦਦ ਕੀਤੀ। ਕਿਉਂਕਿ ਪੰਜਾਬ ਦਾ ਵਪਾਰੀ ਸਮਝਦਾ ਵਾ ਕਿ ਅਗਰ ਖੇਤੀ ਪੰਜਾਬ ਦੇ ਵਿੱਚ ਪ੍ਰਫੁੱਲਤ ਨਹੀਂ ਗਈ ਤਾਂ ਜਿਹੜੀ ਇੰਡਸਟਰੀ ਆ ਉਹ ਵੀ ਕਦੀ ਪ੍ਰਫੁੱਲਤ ਨਹੀਂ ਹੋ ਸਕਦੀ। ਦੇਖੋ, ਇਹ ਤਾਂ ਹੁਣ ਬੱਚਾ ਸਮਝ ਚੁੱਕਿਆ ਵਾ ਕਿ ਕਾਰਪੋਰੇਟ ਘਰਾਣਿਆਂ ਨੂੰ ਐਗਰੀਕਲਚਰ ਸੈਕਟਰ ਖੋਲਣ ਦੇ ਨਜ਼ਰੀਏ ਨਾਲ ਕਾਨੂੰਨ ਬਣਾਏ ਗਏ ਨੇ, ਕਿਉਂਕਿ ਕਾਰਪੋਰੇਟਸ ਦਾ ਅੱਜ ਤੋਂ ਪਹਿਲਾਂ ਲਗਭਗ ਸਾਰੇ ਕਿੱਤਿਆਂ ਦੇ ਉੱਤੇ ਕਬਜ਼ਾ ਵਾ, ਚਾਹੇ ਉਹ ਹਸਪਿਟੈਲਿਟੀ ਟ੍ਰੇਡ ਹੈ, ਚਾਹੇ ਉਹ ਕਮਿਊਨੀਕੇਸ਼ਨਸ ਆ, ਟੈਲੀਫੋਨਸ ਦੇ ਟੈਕਨੋਲੋਜੀ ਆ, ਚਾਹੇ ਉਹ ਐਜੂਕੇਸ਼ਨ ਹੈ, ਚਾਹੇ ਹੈਲਥ ਕੇਅਰ ਹੈ,
ਚਾਹੇ ਆਇਲ ਡ੍ਰਿਲਿੰਗ ਤੇ ਤੇਲ ਦਾ ਵਪਾਰ ਹੈ, ਸੋਨੇ ਦੇ ਵਪਾਰ ਵਿੱਚ ਤੁਸੀਂ ਗੱਲ ਕਰੋ, ਕਾਰਪੋਰੇਟ ਹਰ ਗੱਲ ਨੂੰ ਐਕਸਪਲੋਇਟ ਕਰ, ਇੱਥੋਂ ਤੱਕ ਕਿ 에ਅਰਪੋਰਟਸ ਵੀ ਪ੍ਰਾਈਵੇਟਾਈਜ਼ ਨੇ, ਉਹਨਾਂ ਦੇ ਹੱਥਾਂ ਵਿੱਚ ਨੇ, ਰੇਲਵੇਜ਼ ਵੀ ਪ੍ਰਾਈਵੇਟਾਈਜ਼ ਕੀਤੀਆਂ ਜਾ ਰਹੀਆਂ ਨੇ। ਇਸ ਕਰਕੇ ਇਕੱਲਾ ਐਗਰੀਕਲਚਰ ਕਿੱਤਾ ਇਹੋ ਜਿਹਾ ਸੀਗਾ ਜਿਹੜਾ ਆਮ ਜਨਤਾ ਦੇ ਹੱਥਾਂ ਵਿੱਚ ਸੀਗਾ, ਉਹ ਆਪਣੀ ਕਿਰਤ ਕਰਕੇ ਆਪਣੀ ਰੋਟੀ ਖਾਂਦੇ ਸੀਗੇ। ਔਰ ਇਹ ਕਾਨੂੰਨ ਮਿੱਥ ਕੇ ਕਾਰਪੋਰੇਟਾਂ ਨਾਲ ਪਹਿਲਾਂ ਗੱਲ ਕਰਨ ਤੋਂ ਬਾਅਦ ਬਣਾਏ ਗਏ ਨੇ, ਤਾਈਓ ਬੀਜੇਪੀ ਦੀ ਸਰਕਾਰ ਐਡੀ ਬਜਿੱਦ ਆ ਕਿ ਅਸੀਂ ਇਹ ਕਾਨੂੰਨ ਵਾਪਸ ਨਹੀਂ ਲੈਣੇ। ਮੈਂ ਤੁਹਾਨੂੰ ਕੋਟ ਤਾਂ ਕੀਤਾ ਵਾ ਕਿ ਗੋਆ ਸਟੇਟ ਨੂੰ ਆਫਟਰ ਇੰਡੀਪੈਂਡੈਂਸ ਇਹ ਫੈਸਲਾ ਲੈਣਾ ਸੀਗਾ ਕਿ ਉਹਨਾਂ ਨੇ ਮਹਾਰਾਸ਼ਟਰ ਵਿੱਚ ਮਰਜ ਕਰਨਾ ਕਿ ਅਲੱਗ ਸਟੇਟ ਬਣਾਉਣੀ ਆ। ਤਾਂ ਉਸ ਵਕਤ 1967 ਵਿੱਚ ਇੱਕ ਰਾਇਸ਼ੁਮਾਰੀ ਗੋਆ ਸਟੇਟ ਦੀ ਕਰਕੇ ਇਹ ਫੈਸਲਾ ਆਇਆ ਕਿ ਗੋਆ ਨੂੰ ਇੱਕ ਅਲੱਗ ਸਟੇਟ ਦਿੱਤੀ ਜਾਵੇ। ਮੰਨ ਲਓ ਕਿ ਪਹਿਲਾਂ ਨਹੀਂ ਹੈ, ਤੇ ਅਗਰ ਕੋਈ ਕਿਸੇ ਇਸ਼ੂ ਨੂੰ ਬਗੈਰ ਸੱਟ ਪੇਟ ਤੋਂ, ਬਗੈਰ ਕਿਸੇ ਨੂੰ ਇੰਜਰੀ ਲਾਏ, ਬਗੈਰ ਕਿਸੇ ਦੀ ਚੀਚੀ ਤੇ ਖੂਨ ਲੱਗੇ, ਅਗਰ ਉਹ ਮਸਲਾ ਹੱਲ ਹੁੰਦਾ ਵਾ ਤਾਂ ਇਹਦੇ 'ਚ ਇਤਰਾਜ਼ ਵਾਲੀ ਗੱਲ ਕੀ ਹੈਗੀ? There is nothing wrong with it. It is one of the most democratic, I said. I'll repeat the words. It's most amicable way. It's most logical way. It's most democratic way. It's most peaceful way to settle things. ਔਰ ਉਦਾਹਰਨ ਵੀ ਤੁਹਾਨੂੰ ਦਿੱਤੇ ਜਿਹੜੇ ਦੇਸ਼ਾਂ ਦੇ ਵਿੱਚ ਹੋਏ ਨੇ, ਨਹੀਂ ਤਾਂ ਉੱਥੇ ਵੀ ਗੋਲੀਆਂ ਚੱਲਦੀਆਂ, ਡਾਂਗਾਂ ਚੱਲਦੀਆਂ, ਕਤਲੋਗਾਰਤ ਹੁੰਦੀ, ਖੂਨ ਖਰਾਬਾ ਹੁੰਦਾ। ਤੇ ਇਸ ਕਰਕੇ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਵਨ ਟਾਈਮ ਪੰਜਾਬ ਦੇ ਲੋਕਾਂ ਦਾ ਰਾਏ ਲੈਣੀ ਬਹੁਤ ਬਹੁਤ ਜ਼ਰੂਰੀ ਹੈ। ਯੈਸ, ਆਈ ਅੰਡਰਸਟੈਂਡ। ਵੈਸੇ ਤਾਂ ਅਸੂਲਨ ਜਿੱਦਣ ਗੱਲ ਸ਼ੁਰੂ ਹੋਈ ਸੀ ਉਸ ਵਕਤ ਪੰਜਾਬ ਦੇ ਕਿਸਾਨ ਪੰਜਾਬ ਦੀ ਧਰਤੀ ਤੇ ਬੈਠੇ ਸੀ। ਬੀਜੇਪੀ ਨੂੰ ਉਦੋਂ ਹੀ ਇਹਦੀ ਅਹਿਮੀਅਤ ਸਮਝ ਕੇ ਪੰਜਾਬ ਦੇ ਲੋਕਾਂ ਦੇ ਨਾਲ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਕੋਈ ਨਾ ਕੋਈ ਫੈਸਲਾ ਲੈ ਲੈਣਾ ਚਾਹੀਦਾ ਸੀ। ਉਹਨਾਂ ਨੇ ਜਦੋਂ ਇਸ ਐਜੀਟੇਸ਼ਨ ਨੂੰ ਆਪ ਵਧਾਇਆ ਵਾ, ਉਹਨਾਂ ਦੀ ਤੋਹੀਨ ਕਰ ਕਰਕੇ, ਉਹਨਾਂ ਨੂੰ ਬੇਇੱਜ਼ਤ ਕਰ ਕਰਕੇ, ਪੁੰਜੇ ਬਿਠਾ ਕੇ, ਆਪ ਅੱਜ ਬੀਜੇਪੀ ਸਰਕਾਰ ਜ਼ਿੰਮੇਵਾਰ ਹੈ ਜਿਹੜੇ ਪੰਜਾਬ ਦੇ ਕਿਸਾਨ ਜਾਂ ਹਰਿਆਣੇ ਦੇ ਕਿਸਾਨ ਬਾਰਡਰਾਂ ਤੇ ਬੈਠੇ ਨੇ, ਇਹਨਾਂ ਦੀ ਬਦੌਲਤ ਬੈਠੇ ਨੇ। ਇਸ ਕਰਕੇ ਇਟ ਇਜ਼ ਨੈਵਰ ਟੂ ਲੇਟ ਟੂ ਫਾਈਂਡ ਸਮ ਜਸਟ ਵੇ ਆਊਟ ਆਫ ਐਨੀ ਪ੍ਰੋਬਲਮ। ਇਟ ਇਜ਼ ਨੈਵਰ ਟੂ ਲੇਟ। ਉਹ ਹੁਣ ਪਹੁੰਚੇ ਨੇ ਨਾ ਜੀ। ਪਹਿਲਾਂ ਜਦੋਂ ਪੰਜਾਬ 'ਚ ਗੱਲ ਉੱਠੀ ਸੀ, ਐਟ ਵਨ ਪੁਆਇੰਟ ਆਫ ਟਾਈਮ ਸਿੰਪਲ MSP ਨੂੰ ਬਹਾਲ ਰੱਖਣ ਵਾਸਤੇ ਗੱਲ ਉੱਠੀ ਸੀ। ਹੌਲੀ ਹੌਲੀ ਐਜੀਟੇਟ ਕਰਦੇ, ਕਿਉਂਕਿ ਤੁਸੀਂ ਜਦੋਂ ਐਜੀਟੇਟ ਦਾ ਮਤਲਬ ਹੈ ਤੁਸੀਂ ਉਹਨਾਂ ਦੇ ਮਾਈਂਡਸ ਨੂੰ ਐਜੀਟੇਟ ਕੀਤਾ ਵਾ, ਤੁਸੀਂ ਉਹਨਾਂ ਨੂੰ ਪਰੇਸ਼ਾਨ ਕੀਤਾ ਵਾ, ਔਰ ਇਹ ਫਿਰ ਐਜੀਟੇਸ਼ਨ ਦਾ ਦਾਇਰਾ ਵੱਧਦਾ ਹੁਣ ਉਹਦੇ 'ਚ 30-32 ਜਥੇਬੰਦੀਆਂ, ਕਾਫੀ ਸੂਬੇ ਦੇਸ਼ ਦੇ ਉਹ ਵੀ ਵਿੱਚ ਇਨਵੋਲਵ ਨੇ। ਇਸ ਕਰਕੇ ਇਹ ਜਿਹੜੀ ਡਿਮਾਂਡਸ ਆ ਰਿਪੀਲ ਦੀਆਂ, ਇਹ ਓਵਰ ਅ ਪੀਰੀਅਡ ਆਫ ਟਾਈਮ ਹੋਈਆਂ ਨੇ। ਇਹ ਜਿਹੜੀ ਡਿਲੇ ਆ ਦੈਟ ਹੈਜ਼ ਕਾਜ਼ਡ ਆਲ ਦਿਸ ਇਸ਼ੂ ਪ੍ਰੋਬਲਮ। ਔਰ ਕੱਲ ਵੀ ਮੈਂ ਦੇਖ ਰਿਹਾ ਸੀ ਟੈਲੀਵਿਜ਼ਨ ਤੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ, ਚਾਹੇ ਉਹ ਬੋਗਸ ਹੋਣਗੀਆਂ, ਉਹਨਾਂ ਨੂੰ ਟੀਵੀ ਤੇ ਪੇਸ਼ ਕਰਕੇ ਕੀਤਾ ਜਾ ਰਿਹਾ ਸੀ ਕਿ ਅਸੀਂ ਤਾਂ ਬਹੁਤ ਸਹਿਮਤ ਹੈ ਇਸ ਕਾਨੂੰਨ ਨਾਲ, ਬਹੁਤ ਖੁਸ਼ ਹੈ। ਤੋ ਐਜ਼ ਅ ਟਰਾਇਲ ਅਗਰ ਪੰਜਾਬ ਤੇ ਹਰਿਆਣੇ ਨੂੰ 2 ਸਾਲ ਵਾਸਤੇ ਇਸ ਲਾਅ ਚੋਂ ਐਗਜ਼ੈਂਪਟ ਕਰ ਦੇਣ, ਬਾਕੀ ਦੇਸ਼ ਵਿੱਚ ਖੇਤੀ ਕਰਾਉਣ ਚੰਗੀ ਤਰ੍ਹਾਂ ਨਾਲ, ਅਗਰ ਇਹ ਖੇਤੀ ਵਿੱਚ ਲਾਭ ਹੁੰਦਾ ਹੋਇਆ, ਕਿਸਾਨਾਂ ਨੂੰ ਫਾਇਦਾ ਹੁੰਦਾ ਹੋਇਆ, ਤਾਂ ਪੰਜਾਬ ਦੇ ਕਿਸਾਨ ਨੇ ਆਪ ਲੈ ਲੈਣੀ ਆ। ਕਿਉਂਕਿ ਅੱਜ ਕਿਸਾਨ ਨੂੰ ਇਹ ਡਰ ਆ ਕਿ ਸਾਡੀਆਂ ਜ਼ਮੀਨਾਂ ਤੇ ਸਿੱਧੇ ਅਸਿੱਧੇ ਤੌਰ ਤੇ ਕਾਰਪੋਰੇਟਸ ਜਿਹੜੇ ਨੇ ਉਹਨਾਂ ਨੇ ਆਣ ਕੇ ਇਹਦੇ ਤੇ ਸਾਨੂੰ ਟੇਕ ਓਵਰ ਕਰ ਲੈਣਾ ਔਰ ਸਾਨੂੰ ਆਪਣੀਆਂ ਹੀ ਜ਼ਮੀਨਾਂ 'ਚ ਮਜ਼ਦੂਰ ਬਣਾ ਦੇਣਾ। ਸੋ ਦਿਸ ਇਜ਼ ਦ ਲੌਜਿਕ ਦੇ ਹੈਵ ਹੈਂਡਡ ਆਊਟ। ਔਰ ਐਸੈਂਸ਼ੀਅਲ ਕਮੋਡਿਟੀਜ਼ ਨੂੰ ਅਬੋਲਿਸ਼ ਕਰਨਾ, ਹੋਰਡਿੰਗ ਨੂੰ ਸਪੋਰਟ ਕਰਨਾ, ਇਟ ਆਲਸੋ ਸ਼ੋਜ਼ ਕਿ ਕਾਰਪੋਰੇਟਸ ਹੋਰਡ ਕਰਿਆ ਕਰਨਗੇ, ਮਾਰਕੀਟ ਹੀ ਉਹ ਡਿਕਟੇਟ ਕਰਿਆ ਕਰਨਗੇ। ਜਦੋਂ ਮਾਰਕੀਟ ਨੂੰ ਉਹਨਾਂ ਨੇ ਜਦੋਂ ਦੇਖਿਆ ਕਿ ਹੁਣ ਪੂਰੀ ਅਸੀਂ ਸਟਾਕਿੰਗ ਕਰ ਲਈ ਆ, ਚੀਜ਼ ਮਹਿੰਗੀ ਹੋ ਗਈ ਆ, ਉਦੋਂ ਵੇਚਿਆ ਕਰਨਗੇ। ਇਹ ਐਕਸਪਲੋਇਟੇਸ਼ਨ ਨਹੀਂ ਤੇ ਹੋਰ ਕੀ ਹੈ? ਇਹ ਤਾਂ ਹੁਣ ਉਹੀ ਦੱਸ ਸਕਦੇ ਕਿ ਕਿਉਂ ਉਹਨਾਂ ਨੇ, ਕਿ ਮੇਰੇ ਹਿਸਾਬ ਦੇ ਨਾਲ ਨੈਸ਼ਨਲ ਸਿਕਿਉਰਿਟੀ ਨੂੰ ਕੀ ਖਤਰਾ ਵਾ। ਇਹੀ ਕਿਸਾਨ ਨੇ, ਇਹੀ ਲੋਕ ਜਿਹੜੇ ਉੱਥੇ ਬੈਠੇ, ਇਹਨਾਂ ਦੇ ਬੱਚੇ ਤਾਂ ਬਾਰਡਰਾਂ ਦੇ ਰਾਖੀ ਕਰ ਰਹੇ ਨੇ। ਖਤਰਾ ਤਾਂ ਸਗੋਂ ਬੀਜੇਪੀ ਬਣਾਵੇਗੀ ਜੇ ਉੱਥੇ ਧੱਕਾ ਕਰੇਗੀ ਤਾਂ, ਕਿਉਂਕਿ ਉਹਨਾਂ ਦੇ ਜਜ਼ਬਾਤ ਹਰਟ ਹੋਣਗੇ ਬਾਰਡਰ ਤੇ ਬੈਠੇ ਕਿ ਅਸੀਂ ਤਾਂ ਇੱਥੇ ਬੈਠੇ ਆ ਤੇ ਸਾਡੇ ਮਾਪਿਓ ਨੂੰ ਤੇ ਇਹਨਾਂ ਨੇ ਲਾਠੀਆਂ ਮਾਰੀਆਂ ਨੇ, ਸਾਡਾ ਖੂਨ ਡੋਲਿਆ ਇਹਨਾਂ ਨੇ। ਉਦੋਂ ਤਾਂ ਕੋਈ ਨੁਕਸਾਨ ਹੋ ਸਕਦਾ ਨੈਸ਼ਨਲ ਸਿਕਿਉਰਿਟੀ ਨੂੰ। ਧਰਨੇ ਦੇ ਚੱਲਦਿਆਂ, ਵਾਜਬ ਮੰਗਾਂ ਮੰਗਦਿਆਂ, ਆਪਣੀ ਗੱਲ ਨੂੰ ਕਹਿਣ, ਪੀਸਫੁਲੀ ਢੰਗ ਨਾਲ ਕਹਿਣ ਵਿੱਚ there is no threat to national security at all. That is just an alibi to get to finish the issue. ਦੇਖੋ ਇਹ ਵੀ ਬੜੀ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਵਿੰਟਰ ਸੈਸ਼ਨ ਪਾਰਲੀਮੈਂਟ ਦਾ ਹੋ ਹੀ ਨਹੀਂ ਰਿਹਾ। ਅਸਲ ਕਾਰਨ ਤਾਂ ਇਹ ਆ ਕਿ ਵਿੰਟਰ ਸੈਸ਼ਨ ਜਿਹੜਾ ਉਹ ਫਾਰਮਰਸ ਐਜੀਟੇਸ਼ਨ ਕਰਕੇ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਕਿਹੜੇ ਮੂੰਹ ਦੇ ਨਾਲ ਪਾਰਲੀਮੈਂਟ ਵਿੱਚ ਖੜੇ ਹੋ ਕੇ ਜਵਾਬ ਦੇਵਾਂਗੇ ਜੋ ਕੁਛ ਅਸੀਂ ਕਿਸਾਨਾਂ ਦੇ ਨਾਲ 3 ਕਾਨੂੰਨ ਬਣਾ ਕੇ ਗਲਤ ਕੰਮ ਕੀਤਾ ਵਾ। ਜਿਹੜਾ ਕਾਂਗਰਸ ਦੇ MPs ਬੈਠੇ ਉਹ ਆਪਣੇ ਅਧਿਕਾਰ ਵਿੱਚ ਬੈਠ ਸਕਦੇ ਨੇ, ਪਰ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਕਿਸਾਨ ਜਥੇਬੰਦੀਆਂ ਦੇ ਉੱਤੇ
ਕਿਸੇ ਤਰ੍ਹਾਂ ਦੀ ਨੈਗੇਟਿਵ ਟਿੱਪਣੀ ਨਾ ਕਰੋ। ਉਹਨਾਂ ਨੂੰ ਆਪਣਾ ਕੰਮ ਕਰ ਲੈਣ ਦਿਓ। ਤੁਸੀਂ ਐਜੀਟੇਟ ਕਰ ਰਹੇ ਹੋ ਕਿ ਵਿੰਟਰ ਸੈਸ਼ਨ ਪਾਰਲੀਮੈਂਟ ਦਾ ਹੋਣਾ ਚਾਹੀਦਾ ਵਾ, ਉਸ ਲਈ ਤੁਸੀਂ ਆਪਣੇ ਹੱਕ ਵਿੱਚ ਰਹੋ। ਲੇਕਿਨ ਜਦੋਂ ਤੁਸੀਂ ਦੂਜੇ ਕਿਸਾਨ ਜਥੇਬੰਦੀਆਂ ਤੇ ਕੋਈ ਟਿੱਪਣੀਆਂ ਕਰਦੇ ਹੋ, ਉਹਦਾ ਨੈਗੇਟਿਵ ਇਫੈਕਟ ਜਿਹੜਾ ਇਹ ਸਾਰੀ ਐਜੀਟੇਸ਼ਨ ਦੇ ਉੱਤੇ ਪੈ ਰਿਹਾ। ਅੱਜ ਦੀ ਡੇਟ ਵਿੱਚ ਅਸੀਂ ਕਿਸੇ ਤਰ੍ਹਾਂ ਦੀ ਕੋਈ ਪੋਲੀਟੀਕਲ, ਖਾਸ ਤੌਰ ਤੇ 2022 ਦੀ ਇਲੈਕਸ਼ਨ ਨੂੰ ਲੈ ਕੇ ਕੋਈ ਵੀ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ, ਕਿਉਂਕਿ ਸਾਰੇ ਸੂਬਿਆਂ ਦਾ ਫੋਕਸ ਇਸ ਵਕਤ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਆ। ਪਹਿਲਾ ਸਾਡਾ ਇਸ਼ੂ ਹੈ ਫਾਰਮਰਸ ਐਜੀਟੇਸ਼ਨ ਦਾ ਪੀਸਫੁਲ ਰੈਜ਼ੋਲੂਸ਼ਨ। ਇਹ ਸਾਰੀਆਂ ਗੱਲਾਂ ਸੈਕੰਡਰੀ ਨੇ। ਜਦੋਂ ਇਹ ਗੱਲ ਨਿਬੜ ਜਾਵੇਗੀ ਉਸ ਤੋਂ ਬਾਅਦ ਹੀ ਅਸੀਂ ਇਸ ਬਾਰੇ ਕੋਈ ਗੱਲਬਾਤ ਚਰਚਾ ਕਰ ਸਕਦੇ, ਕੋਈ ਮਨ ਬਣਾ ਸਕਦੇ, ਤੁਹਾਨੂੰ ਕੁਝ ਦੱਸ ਸਕਦੇ।